ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਸਟਰ 07 ਐਗਜ਼ਾਮ ਵਾਰੀਅਰ। ਲਗਾਤਾਰ ਵੀਡੀਓਜ਼ ਅਪਲੋਡ ਕਰ ਰਹੇ ਹਾਂ ਜੀ ਅਸੀਂ। ਹਰ ਰੋਜ਼ ਸਾਡੀਆਂ ਲੈਕਚਰ ਸੀਰੀਜ਼ ਦੀ ਵੀਡੀਓ ਹੁੰਦੀ ਹੈ। ਇਹ ਤੋਂ ਇਲਾਵਾ ਕੁਐਸਚਨ ਸੀਰੀਜ਼ ਦੀ 2 ਵਜੇ ਲਾਈਵ ਕਲਾਸ ਹੁੰਦੀ ਹੈ ਜੀ। ਤੁਸੀਂ ਜ਼ਰੂਰ ਉਹਨੂੰ ਜੁਆਇਨ ਕਰੋ। ਜੇ ਚੈਨਲ ਦੇ ਉੱਪਰ ਨਵੇਂ ਹੋ ਜੀ, ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਬੈਲ ਆਈਕਨ ਵੀ ਦਬਾਉਣਾ ਨਾ ਭੁੱਲਣਾ, ਕਿਉਂਕਿ ਜਦੋਂ ਵੀ ਸਾਡੀ ਵੀਡੀਓ ਆਏਗੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗੀ। ਇਸ ਤੋਂ ਇਲਾਵਾ ਤੁਸੀਂ PDF ਲੈ ਸਕਦੇ ਹੋ ਜੀ ਸਾਡੀ ਲੈਕਚਰ ਸੀਰੀਜ਼ ਦੀਆਂ, ਜਾਂ ਜਿਹੜੀ ਸਾਡੀ ਕੁਐਸਚਨ ਸੀਰੀਜ਼ ਹੈ ਉਹਨਾਂ ਦੀਆਂ ਸਾਡੇ WhatsApp ਨੰਬਰ ਤੇ ਸੰਪਰਕ ਕਰਕੇ 8264433201। ਜਦੋਂ ਵੀ ਤੁਸੀਂ WhatsApp ਕਰੋ ਜੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਔਰ ਜ਼ਿਲ੍ਹਾ ਜ਼ਰੂਰ ਦੱਸ ਦਿਆ ਕਰੋ। ਆਸਾਨੀ ਰਹਿੰਦੀ ਹੈ ਕਿਉਂਕਿ ਬਹੁਤ ਸਾਰੇ ਮੈਸੇਜ ਆਉਂਦੇ ਆ, ਫਿਰ ਜਿਹੜਾ ਕੰਟੈਕਟ ਕਰਨਾ ਜਾਂ ਕਮਿਊਨੀਕੇਸ਼ਨ ਜਿਹੜੀ ਹੈ ਆਸਾਨ ਹੋ ਜਾਂਦੀ ਹੈ ਜਦੋਂ ਨਾਮ ਅਤੇ ਜ਼ਿਲ੍ਹਾ ਪਤਾ ਹੋਵੇ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਜੀ ਵੀਡੀਓ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਲੈਕਚਰ ਸੀਰੀਜ਼ ਦੀ ਵੀਡੀਓ ਹੋਏਗੀ, ਔਰ ਜਿਹੜੇ ਸਾਡੇ ਕਹਾਣੀਕਾਰ ਹੋਣਗੇ ਅੱਜ ਦੇ ਉਹ ਹੋਣਗੇ ਬਰਿਆਮ ਸਿੰਘ ਸੰਧੂ। ਬਰਿਆਮ ਸਿੰਘ ਸੰਧੂ ਹੋਰਾਂ ਬਾਰੇ ਅੱਜ ਸਾਡੀ ਵੀਡੀਓ ਰਹੇਗੀ ਜੀ। ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ। ਬਰਿਆਮ ਸਿੰਘ ਸੰਧੂ ਦਾ ਜਿਹੜਾ ਜਨਮ ਹੈ ਜੀ ਉਹ 10 ਸਤੰਬਰ 1945 ਨੂੰ ਹੋਇਆ। ਤੀਜੀ ਪੀੜ੍ਹੀ ਦੇ ਕਹਾਣੀਕਾਰ ਹੈ। ਜਨਮ ਦੇ ਬਾਰੇ ਥੋੜਾ ਇਹਨਾਂ ਦੀਆਂ ਦੋ ਤਰ੍ਹਾਂ ਦੀਆਂ ਡੇਟਾਂ ਹੈਗੀਆਂ, ਇੱਕ ਜਿਹੜੀ ਅਫੀਸ਼ੀਅਲ ਹੈ ਜੀ, ਇੱਕ ਜਿਹੜੀ ਇਹਨਾਂ ਦੀ ਅਸਲ ਡੇਟ ਹੈ, ਬਰਥ ਡੇਟ ਹੈ। ਇੱਕ ਉਹਨਾਂ ਦੀ ਜਿਹੜੀ ਸਰਕਾਰੀ ਕਾਗਜ਼ਾਂ ਦੇ ਵਿੱਚ ਦਿੱਤੀ ਹੋਈ ਹੈ, ਆਪਾਂ ਉਹਨੂੰ ਹੀ ਲਵਾਂਗੇ। ਤੀਜੀ ਪੀੜ੍ਹੀ ਦੇ ਕਹਾਣੀਕਾਰ ਹੈਗੇ ਆ। ਤੇ ਬਰਿਆਮ ਸਿੰਘ ਸੰਧੂ ਨੇ ਕਹਾਣੀ ਦੀ ਜਿਹੜੀ ਸਮਕਾਲੀਨ ਪ੍ਰਸੰਗਤਾ ਹੈ ਉਹਦੇ ਵਿੱਚ ਜਿਹੜਾ ਵਰਤਮਾਨ ਦੌਰ ਹੈ ਉਹਦੇ ਵਿੱਚ ਸਭ ਤੋਂ ਅਗਰ ਕੋਈ ਚਰਚਿਤ ਕਹਾਣੀਕਾਰ ਹੈਗਾ ਤਾਂ ਉਹ ਬਰਿਆਮ ਸਿੰਘ ਸੰਧੂ ਹੈ। ਔਰ ਉਹਨੂੰ ਜਿਹੜੀ ਵਰਤਮਾਨ ਸਮੇਂ ਦੀ ਪ੍ਰਸੰਗਤਾ ਹੈਗੀ ਹੈ ਉਹਦੇ ਨਾਲ ਸੰਬੰਧਿਤ ਕਹਾਣੀਆਂ ਲਿਖਣ ਕਰਕੇ ਉਹਦੀ ਚਰਚਾ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਖੱਬੇ ਪੱਖੀ ਜਿਹੜੀ ਰਾਜਨੀਤੀ ਹੈਗੀ ਜੀ, ਮਾਰਕਸਵਾਦੀ ਜਿਹਨੂੰ ਵਿਚਾਰਧਾਰਾ ਅਸੀਂ ਕਹਿ ਸਕਦੇ ਹਾਂ, ਉਹਦਾ ਅਪਣਾਇਆ ਹੋਇਆ ਕਹਾਣੀਕਾਰ ਹੈ। ਉਹੀ ਚੀਜ਼ ਜਿਹੜੀ ਉਹਦੀਆਂ ਕਹਾਣੀਆਂ ਦੇ ਵਿੱਚ ਨਜ਼ਰ ਆਉਂਦੀ ਹੈ। ਉਹਦੀ ਕਹਾਣੀ ਰਚਨਾ ਦਾ ਸੰਦਰਭ ਪੰਜਾਬ ਦੇ ਪਿੰਡਾਂ ਦੀ ਛੋਟੀ ਕਿਸਾਨੀ ਤੇ ਗੈਰ ਕਿਸਾਨੀ ਕਿੱਤਿਆਂ ਨਾਲ ਸੰਬੰਧ ਰੱਖਦੀ ਨਿਮਨ ਸ਼੍ਰੇਣੀ ਹੈ। ਕਹਾਣੀ ਜਿਹੜੀ ਹੈ ਉਹ ਲੈ ਕੇ ਆਉਂਦਾ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਛੋਟੇ ਕਿਸਾਨ ਹੈ ਜਾਂ ਗੈਰ ਕਿਸਾਨੀ ਕਿੱਤੇ ਜਿਹੜੇ ਹੈਗੇ ਆ ਉਹਨਾਂ ਨਾਲ ਸੰਬੰਧਿਤ ਉਹਦੀਆਂ ਕਹਾਣੀਆਂ ਹੁੰਦੀਆਂ। ਉਹ ਇਸ ਸ਼੍ਰੇਣੀ ਜਿਹਦੀ ਅਸੀਂ ਗੱਲ ਕੀਤੀ ਹੈ ਕਿ ਛੋਟੀ ਕਿਸਾਨੀ ਔਰ ਗੈਰ ਕਿਸਾਨੀ ਵਾਲੇ ਜਿਹੜੇ ਕਿਸਾਨ ਹੈ, ਇਹ ਸ਼੍ਰੇਣੀ ਦੇ ਜਿਹੜੇ ਜਮਾਤੀ ਵਿਰੋਧ, ਵਿਤਕਰੇ, ਪਰਿਵਾਰਕ ਭਾਈਚਾਰਕ ਟਕਰਾਅ ਹੈਗੇ, ਉਲਝਣਾਂ ਹੈਗੀਆਂ, ਔਰ ਇਹਨਾਂ ਦੀ ਮਾਨਸਿਕਤਾ ਦੇ ਜਿਹੜੇ ਪ੍ਰਚੰਡ ਦੁਵਿਧਾ ਨੂੰ ਨਿਰੋਲ ਸਮਾਜਿਕ ਅਤੇ ਆਰਥਿਕ ਸੰਦਰਭਾਂ ਵਿੱਚ ਨਜਿੱਠਣ ਦੀ ਥਾਂ ਰਾਜਨੀਤਿਕ ਪ੍ਰਪੇਖ ਵਿੱਚ ਗ੍ਰਹਿਣ ਕਰਦਾ। ਮਤਲਬ ਉਹ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਜੋ ਪਰਿਵਾਰਕ ਵਿਤਕਰੇ ਹੈਗੇ ਆ ਜਾਂ ਭਾਈਚਾਰਕ ਟਕਰਾਅ ਹੈਗੇ, ਉਲਝਣਾਂ ਹੈਗੀਆਂ, ਉਹਨਾਂ ਨੂੰ ਸਮਾਜਿਕ, ਸੱਭਿਆਚਾਰਕ ਜਾਂ ਆਰਥਿਕ ਤੋਂ ਵੱਧ ਕੇ ਇਹਨੂੰ ਇੱਕ ਰਾਜਨੀਤਿਕ ਜਿਹੜਾ ਨਿਰਪੇਖ ਹੈ ਉਹਦੇ ਵਿੱਚ ਉਹ ਦੇਖਦਾ ਕਿ ਇਹਦਾ ਜਿਹੜਾ ਕਾਰਨ ਹੈ ਉਹ ਕਿਤੇ ਨਾ ਕਿਤੇ ਰਾਜਨੀਤਿਕ ਪੇਸ਼ ਕਰਦਾ ਹੈ ਬਰਿਆਮ ਸਿੰਘ ਸੰਧੂ। ਸੰਨ 2000 ਦੇ ਵਿੱਚ ਉਹਨਾਂ ਨੂੰ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂੜ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਜੀ। ਯਾਦ ਰੱਖਣਾ ਤੁਸੀਂ, ਜ਼ਰੂਰੀ ਜਿਹੜਾ ਚੀਜ਼ ਹੈਗੀ ਹੈ। ਇਹ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਹੈਗੀਆਂ ਹਿੰਦੀ, ਬੰਗਾਲੀ, ਉਰਦੂ, ਅੰਗਰੇਜ਼ੀ ਦੇ ਵਿੱਚ ਅਨੁਵਾਦ ਹੋ ਚੁੱਕੀਆਂ। ਜੀਵਨ ਦੀ ਗੱਲ ਕਰੀਏ ਜੀ, ਸਭ ਤੋਂ ਪਹਿਲਾਂ ਕਿ 10 ਸਤੰਬਰ 1945 ਨੂੰ ਜਨਮ ਹੋਇਆ ਜੀ ਆਪਣੇ ਨਾਨਕੇ ਪਿੰਡ ਪਿੰਡਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ। ਸਭ ਤੋਂ ਪਹਿਲਾਂ BA BEd ਕਰਕੇ ਸਕੂਲ ਦੇ ਵਿੱਚ ਅਧਿਆਪਕ ਬਣੇ। ਉਹ ਤੋਂ ਬਾਅਦ ਫਿਰ MA MPhil ਕਰਕੇ ਲਾਇਲਪੁਰ ਖਾਲਸਾ ਕਾਲਜ ਵਿੱਚ ਲੈਕਚਰਰ ਲੱਗ ਗਏ ਜੀ। ਉਹ ਤੋਂ ਬਾਅਦ PhD ਵੀ ਉਹਨਾਂ ਨੇ ਉੱਥੇ ਕੀਤੀ। ਠੀਕ ਹੈ ਜੀ। ਜਿਹੜਾ ਬਰਿਆਮ ਸੰਧੂ ਹੈ ਜੀ, ਆਸ਼ਾਵਾਦ ਵਿੱਚ ਯਕੀਨ ਰੱਖਣ ਵਾਲਾ ਮਾਰਕਸਵਾਦੀ ਲੇਖਕ ਹੈ। ਜਿੱਦਾਂ ਅਸੀਂ ਗੱਲ ਕੀਤੀ ਹੈ ਪਹਿਲਾਂ ਹੀ ਕਿ ਉਹਨੂੰ ਕਿਹਾ ਜਾਂਦਾ ਜੀ ਪੰਜਾਬ ਦੀ ਛੋਟੀ ਕਿਸਾਨੀ ਦਾ ਸਮਰੱਥ ਕਥਾਕਾਰ। ਪੰਜਾਬ ਦੀ ਛੋਟੀ ਕਿਸਾਨੀ ਦਾ ਸਮਰੱਥ ਕਥਾਕਾਰ ਕਿਹਾ ਜਾਂਦਾ ਬਰਿਆਮ ਸਿੰਘ ਸੰਧੂ ਨੂੰ। ਰਾਜਨੀਤਿਕ ਤੌਰ ਤੇ ਚੇਤਨ ਹੋਣ ਕਰਕੇ ਉਹ ਜਿਹੜਾ ਨਿਮਨ ਕਿਸਾਨੀ ਹੈ ਜਾਂ ਨਿਮਨ ਵਰਗ ਦੇ ਜਿੰਨੇ ਵੀ ਸੰਕਟ ਹੈ ਉਹਨਾਂ ਦੀ ਟੇਕ ਕਿਸਮਤ ਰੱਖਣ ਦੀ ਥਾਂ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਕਾਰਨਾਂ ਨੂੰ ਮਿੱਥਦਾ। ਮਤਲਬ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਨਿਮਨ ਵਰਗ ਦੇ ਲੋਕਾਂ ਨੂੰ, ਛੋਟੀ ਕਿਸਾਨੀ ਨਾਲ ਸੰਬੰਧਿਤ ਲੋਕਾਂ ਨੂੰ, ਉਹਨਾਂ ਦੇ ਕਾਰਨ ਜਿਹੜੇ ਆ ਉਹ ਸਮਾਜਿਕ ਹੈਗੇ ਆ, ਆਰਥਿਕ ਹੈ, ਔਰ ਨਾਲ ਦੀ ਨਾਲ ਜਿਹੜੇ ਆ ਉਹਨਾਂ ਕਾਰਨਾਂ ਨੂੰ ਬਰਿਆਮ ਸਿੰਘ ਸੰਧੂ ਨੇ ਰਾਜਨੀਤਿਕ ਵੀ ਮਿਥਿਆ ਹੈ। ਉਹ ਸਮੱਸਿਆਵਾਂ ਦੀ ਡੂੰਘਾਈ ਵਿੱਚ ਜਾ ਕੇ ਥਾਹ ਪਾਉਣ ਵਾਲਾ ਵਿਚਾਰਸ਼ੀਲ ਸਾਹਿਤਕਾਰ ਹੈ। ਮਤਲਬ ਜਿਹੜੀ ਸਮੱਸਿਆ ਦੀ ਗੱਲ ਕਰੂਗਾ ਉਹਦੀ ਬਿਲਕੁਲ ਡੂੰਘਾਈ ਦੇ ਵਿੱਚ ਜਾ ਕੇ ਥਾਹ ਪਾਉਣ ਦਾ ਅਰਥ ਹੈ ਕਿ ਉਹਦੇ ਕਾਰਨ ਕੱਢ ਕੇ ਲੈ ਕੇ ਆਉਂਦਾ
ਜੇ ਕੋਈ ਸਮੱਸਿਆ ਹੈ ਉਸ ਸਮੱਸਿਆ ਦਾ ਕਾਰਨ ਕੀ ਹੈ, ਔਰ ਸਮੱਸਿਆਵਾਂ ਨੂੰ ਪੇਸ਼ ਕਰਨ ਵਾਲਾ ਵਿਚਾਰਸ਼ੀਲ ਜਿਹੜਾ ਉਹ ਸਾਹਿਤਕਾਰ ਹੈ, ਉਹਨੂੰ ਆਪਾਂ ਬੌਧਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨਾਲ ਵੀ ਆਪਾਂ ਜੋੜ ਸਕਦੇ ਹਾਂ। ਕਵਿਤਾ ਤੋਂ ਪਹਿਲਾਂ ਉਹਨੇ ਲਿਖਣੀ ਸ਼ੁਰੂ ਕੀਤੀ ਜੀ, ਉਹ ਤੋਂ ਬਾਅਦ ਜਿਹੜਾ ਆਪਣੇ ਪ੍ਰਗਟਾਵੇ ਦਾ ਸਾਧਨ ਕਹਾਣੀ ਨੂੰ ਬਣਾਇਆ। ਜ਼ਿਆਦਾ ਜਿਹੜੀ ਪ੍ਰਸਿੱਧੀ ਹੈ ਬਰਿਆਮ ਸਿੰਘ ਸੰਧੂ ਨੂੰ ਉਹਦੀ ਕਹਾਣੀ ਨੇ ਦਿੱਤੀ ਹੈ। ਆਪਣੀ ਜਿਹੜੀ ਲੈਕਚਰਰ ਦੀ ਜੌਬ ਸੀਗੀ ਉਹ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਹੁਣ ਉਹ ਜਿਹੜਾ ਅੱਜ ਕੱਲ੍ਹ ਹੈ ਆਪਣਾ ਸਾਰਾ ਜੀਵਨ ਉਹਨੇ ਸਾਹਿਤ ਦੇ ਉੱਪਰ ਹੀ ਲਾਇਆ, ਤੇ ਪਿਛਲੇ ਸਾਲਾਂ ਦੇ ਵਿੱਚ ਗਦਰ ਪਾਰਟੀ ਦਾ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਖੋਜ ਕਰਕੇ ਕਈ ਪੁਸਤਕਾਂ ਉਹਨੇ ਲਿਖੀਆਂ ਹੈਗੀਆਂ। ਰਚਨਾਵਾਂ ਦੀ ਕਰ ਲਈਏ ਜੀ, ਜਿੱਦਾਂ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਸਭ ਤੋਂ ਇੰਪੋਰਟੈਂਟ ਪਾਰਟ ਹੁੰਦਾ ਰਚਨਾ ਦੀ ਗੱਲ ਕਰਨ ਤੋਂ ਪਹਿਲਾਂ ਰਿਕੁਐਸਟ ਕਰ ਲਈਏ ਜੀ ਤੁਹਾਨੂੰ ਕਿ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਜੀ ਹਾਲੇ ਜ਼ਰੂਰ ਕਰ ਲਓ, ਬੈਲ ਆਈਕਨ ਵੀ ਦਬਾ ਲਓ। 2 ਵਜੇ ਸਾਡੀ ਜਿਹੜੀ ਹੈ ਲਾਈਵ ਕਲਾਸ ਹੁੰਦੀ ਹੈ ਜੀ ਕੁਐਸਚਨ ਸੀਰੀਜ਼ ਦੀ, ਉਹ 2 ਵਜੇ ਜਿਹੜੀ ਲਾਈਵ ਕਲਾਸ ਹੈ ਉਹਨੂੰ ਜ਼ਰੂਰ ਤੁਸੀਂ ਜੁਆਇਨ ਕਰੋ। ਜੇ ਤੁਸੀਂ ਬੈਲ ਆਈਕਨ ਦਬਾਓਗੇ ਫਿਰ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਵੀ ਮਿਲੇਗੀ। ਇਸ ਤੋਂ ਇਲਾਵਾ ਤੁਸੀਂ WhatsApp ਦੇ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ, ਨੰਬਰ ਸਾਡਾ ਦਿੱਤਾ ਹੁੰਦਾ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਐਂਡ ਦੇ ਵਿੱਚ 8264436201, ਉਹਦੇ ਉੱਪਰ ਸੰਪਰਕ ਕਰਕੇ ਤੁਸੀਂ PDF ਵੀ ਲੈ ਸਕਦੇ ਹੋ। ਜਿੰਨੇ ਸਾਡੇ ਲੈਕਚਰ ਸੀਰੀਜ਼ ਹੈਗੀ ਹੈ ਜਾਂ ਸਾਡੀ ਕੁਐਸਚਨ ਸੀਰੀਜ਼ ਹੈ, ਜਿੰਨੀਆਂ ਵੀ ਅਸੀਂ ਵੀਡੀਓਜ਼ ਅਪਲੋਡ ਕਰਦੇ ਹਾਂ ਉਹਨਾਂ ਸਾਰਿਆਂ ਦੀ ਜਿਹੜੀ PDF ਹੈ ਉਹ ਅਵੇਲੇਬਲ ਹੁੰਦੀ ਹੈ WhatsApp ਦੇ ਉੱਪਰ। ਗੱਲ ਰਚਨਾ ਦੀ ਕਰੀਏ ਜੀ, ਬਰਿਆਮ ਸਿੰਘ ਸੰਧੂ ਦੀ। ਸੰਧੂ ਪੰਜਾਬੀ ਦੇ ਪ੍ਰਵੀਨ ਕਹਾਣੀਕਾਰਾਂ ਵਿੱਚੋਂ ਸ਼੍ਰੋਮਣੀ ਮੰਨਿਆ ਜਾਂਦਾ, ਪਹਿਲੀ ਚੀਜ਼ ਹੈ ਜੀ ਇਹ ਤਾਂ। ਦੂਜਾ ਹੈ ਕਿ ਜਦੋਂ ਮਾਝੇ ਜਿਹੜਾ ਮਾਝੇ ਦਾ ਇਲਾਕਾ ਹੈਗਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉਹਦੀ ਜਨਮ ਹੋਇਆ, ਮਾਝੇ ਦਾ ਜੰਪਲ ਹੋਣ ਦੇ ਕਰਕੇ ਉਹਦੀਆਂ ਕਹਾਣੀਆਂ ਕੇਂਦਰੀ ਪੰਜਾਬ ਦੇ ਕਿਸਾਨੀ ਸਮਾਜ ਦਾ ਚਿੱਤਰ ਪੇਸ਼ ਕਰਦੀਆਂ। ਜਿੱਦਾਂ ਹੁਣ ਅਸੀਂ ਪਹਿਲਾਂ ਮੋਹਨ ਭੰਡਾਰੀ ਦੀ ਗੱਲ ਕੀਤੀ ਸੀ ਕਿ ਮਾਲਵੇ ਦੀਆਂ ਉਹਦੀਆਂ ਕਹਾਣੀਆਂ ਦੇ ਵਿੱਚ ਹੁੰਦੀਆਂ ਚੀਜ਼ਾਂ, ਪਰ ਜਿਹੜਾ ਬਰਿਆਮ ਸਿੰਘ ਸੰਧੂ ਹੈ ਉਹ ਕੇਂਦਰੀ ਪੰਜਾਬ ਜਿਹੜਾ ਮਾਝੇ ਦਾ ਇਲਾਕਾ ਹੈਗਾ ਉੱਥੇ ਜਿਹੜਾ ਕਿਸਾਨੀ ਸਮਾਜ ਹੈ ਉਹਦੀਆਂ ਸਮੱਸਿਆਵਾਂ ਨੂੰ ਲੈ ਕੇ ਆਉਂਦਾ, ਉਹਨਾਂ ਦਾ ਚਿੱਤਰ ਪੇਸ਼ ਕਰਦਾ। ਇਹਦੇ ਨਾਲ ਨਾਲ ਜਿਹੜਾ ਪੁਰਾਣਾ ਜਾਗੀਰਦਾਰੀ ਪੇਂਡੂ ਸਮਾਜ ਹੈ ਉਹਦੇ ਵਿੱਚ ਰਿਸ਼ਤਿਆਂ ਦੀ ਟੁੱਟ ਭੱਜ ਹੁੰਦੀ ਹੈ। ਛੋਟੀ ਕਿਸਾਨੀ ਨਿਮਨ ਵਰਗ ਦੇ ਲੋਕਾਂ ਵਿੱਚ ਵੱਧ ਰਹੀ ਜਿਹੜੀ ਆਰਥਿਕ ਖਿੱਚੋਤਾਣ ਹੈ ਉਹਦੇ ਫਲਸਰੂਪ ਸਮਾਜਿਕ ਰਿਸ਼ਤਿਆਂ ਵਿੱਚ ਉਤਪੰਨ ਹੋਣ ਵਾਲੀਆਂ ਤਰੇੜਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਸਫਲ ਭਾਂਤ ਚਿੱਤਰਦਾ ਹੈ। ਸਮਾਜ ਵਿੱਚ ਆ ਰਹੇ ਨਵੇਂ ਪਰਿਵਰਤਨਾਂ ਦਾ ਬਿਆਨ ਕਰਦਾ, ਮਤਲਬ ਉਹਦੀਆਂ ਕਹਾਣੀਆਂ ਦੇ ਵਿੱਚ ਜਿਹੜੇ ਵਿਸ਼ੇ ਹੁੰਦੇ ਆ ਜੀ ਕਿ ਹਿੰਦੂ ਸਮਾਜ ਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਟੁੱਟ ਭੱਜ ਹੈ, ਇਸ ਤੋਂ ਇਲਾਵਾ ਛੋਟੀ ਕਿਸਾਨੀ ਜਾਂ ਨਿਮਨ ਵਰਗ ਦੇ ਜਿਹੜੇ ਲੋਕ ਹੈ ਉਹਨਾਂ ਵਿੱਚ ਜਿਹੜੀ ਵੱਧ ਰਹੀ ਆਰਥਿਕ ਖਿੱਚੋਤਾਣ ਹੈ, ਮਤਲਬ ਕਿਰਤ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਜਾਂ ਉਹਨਾਂ ਦੀਆਂ ਜਿਹੜੀਆਂ ਪੈਸੇ ਨਾਲ ਆਰਥਿਕ ਫਾਈਨੈਂਸ਼ੀਅਲ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦੇ ਨਾਲ ਫਿਰ ਰਿਸ਼ਤੇ ਟੁੱਟਦੇ ਆ, ਤੇ ਉਹਦੇ ਨਾਲ ਹੀ ਸਾਰੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ, ਉਹਦੀਆਂ ਜਿਹੜੀਆਂ ਤਰੇੜਾਂ ਹੈਗੀਆਂ ਉਹਨਾਂ ਦੇ ਵਿੱਚ ਆਉਣ ਵਾਲੀਆਂ ਤਰੇੜਾਂ ਉਹਨਾਂ ਨੂੰ ਉਹ ਆਪਣੀਆਂ ਕਹਾਣੀਆਂ ਦੇ ਵਿੱਚ ਕਰਦਾ, ਤੇ ਸਮਾਜ ਦੇ ਵਿੱਚ ਜਿਹੜਾ ਪਰਿਵਰਤਨ ਆ ਰਿਹਾ ਉਹਨਾਂ ਚੀਜ਼ਾਂ ਦੇ ਨਾਲ ਉਹਨੂੰ ਗੱਲ ਕਰਦੇ। ਬੋਲੀ ਦੀ ਜਿੱਦਾਂ ਅਸੀਂ ਗੱਲ ਕੀਤੀ ਸੀ, ਮਾਝੇ ਦੀ ਟਕਸਾਲੀ ਬੋਲੀ ਦੀ ਵਰਤੋਂ ਕਰਦਾ ਆਪਣੀਆਂ ਕਹਾਣੀਆਂ ਦੇ ਵਿੱਚ, ਔਰ ਸੋਹਣ ਸਿੰਘ ਸ਼ੀਤਲ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਲਾ ਇਹਨੂੰ ਆਪਾਂ ਕਹਾਣੀਕਾਰ ਕਹਿ ਸਕਦੇ ਹਾਂ। ਪੇਪਰ ਦਾ ਪ੍ਰਸ਼ਨ ਹੋ ਸਕਦਾ ਜੀ ਕਿ ਸੋਹਣ ਸਿੰਘ ਸ਼ੀਤਲ ਦੀ ਪਰੰਪਰਾ ਨੂੰ ਅੱਗੇ ਤੋਰਨ ਵਾਲਾ ਕਹਾਣੀਕਾਰ ਕਿਸ ਨੂੰ ਕਿਹਾ ਗਿਆ, ਉਹ ਕਿਹਾ ਗਿਆ ਜੀ ਬਰਿਆਮ ਸਿੰਘ ਸੰਧੂ ਨੂੰ। ਬਰਿਆਮ ਸਿੰਘ ਸੰਧੂ ਕਿਸ ਤਰ੍ਹਾਂ ਦੀ ਬੋਲੀ ਜਿਹੜੀ ਉਹਦੀ ਵਰਤੋਂ ਕਰਦਾ, ਮਾਝੇ ਦੀ ਟਕਸਾਲੀ ਬੋਲੀ। ਬਰਿਆਮ ਸਿੰਘ ਸੰਧੂ ਬਾਰੇ ਵਿਦਵਾਨਾਂ ਦਾ ਕਥਨ ਹੈ ਜੀ ਕਿ ਗਿਣਤੀ ਪੱਖੋਂ ਇੱਥੇ ਥੋੜਾ ਮਿਸਪ੍ਰਿੰਟ ਹੈ, ਗੁਣਾਤਮਕਤਾ ਦੀ ਗੱਲ ਹੈ, ਗਿਣਤੀ ਪੱਖੋਂ ਔਰ ਬੁਣਤੀ ਪੱਖੋਂ ਬਹੁਤ ਉਹਨੇ ਮੁੱਲਵਾਨ ਜਿਹੜੀਆਂ ਰਚਨਾਵਾਂ ਪੰਜਾਬੀ ਕਹਾਣੀ ਨੂੰ ਪੰਜਾਬੀ ਸਾਹਿਤ ਨੂੰ ਦਿੱਤੀਆਂ ਹੈਗੀਆਂ। ਸੰਧੂ ਦੇ ਪ੍ਰਵੇਸ਼ ਦੇ ਨਾਲ ਪੰਜਾਬੀ ਕਹਾਣੀ ਨਵੀਂ ਸਿਖਰਾਂ ਨੂੰ ਛੂਹਣ ਲੱਗੀ ਹੈ ਜੀ, ਔਰ ਉਹਨੇ ਆਪਣੀਆਂ ਕਹਾਣੀ ਦੇ ਵਿੱਚ ਟ੍ਰੈਂਡ ਨੂੰ ਚੇਂਜ ਕੀਤਾ। ਜਿਹੜਾ ਉਹ ਤੋਂ ਪਹਿਲਾਂ ਜੋ ਚੱਲ ਰਿਹਾ ਸੀਗਾ ਨਿੱਕੀ ਕਹਾਣੀ ਦਾ, ਜਿਸ ਤਰ੍ਹਾਂ ਦਾ ਪਹਿਲਾਂ ਟ੍ਰੈਂਡ ਚੱਲਦਾ ਸੀ ਉਹਨੂੰ ਬਦਲ ਦਿੱਤਾ ਬਰਿਆਮ ਸਿੰਘ ਸੰਧੂ ਨੇ। ਉਹਨੇ ਵਿਸਤ੍ਰਿਤ ਵਰਤਾਂਤ ਵਿੱਚ ਕਹਾਣੀਆਂ ਲਿਖੀਆਂ, ਡਿਟੇਲ ਦੇ ਨਾਲ ਵਰਤਾਂਤ ਦੇ ਕੇ, ਇਸ ਕਰਕੇ ਉਸ ਦੀਆਂ ਕਹਾਣੀਆਂ ਨੂੰ ਲੰਮੀ ਕਹਾਣੀ ਜਾਂ ਲੰਮੀ ਨਿੱਕੀ ਕਹਾਣੀ ਕਿਹਾ ਗਿਆ ਹੈ। ਹੁਣ ਪ੍ਰਸ਼ਨ ਇਹ ਹੋ ਸਕਦਾ ਜੀ ਤੁਹਾਡੇ ਪੇਪਰ ਦਾ ਕਿ ਨਿੱਕੀ ਕਹਾਣੀ ਨੂੰ ਲੰਮੀ ਕਹਾਣੀ ਬਣਾਉਣ ਵਾਲਾ ਕਹਾਣੀਕਾਰ ਕੌਣ ਹੈ? ਨਿੱਕੀ ਕਹਾਣੀ ਨੂੰ ਲੰਮੀ ਕਹਾਣੀ ਬਣਾਉਣ ਵਾਲਾ ਕਹਾਣੀਕਾਰ ਬਰਿਆਮ ਸਿੰਘ ਸੰਧੂ ਹੈ। ਫਿਰ ਉਹਨੇ ਨਿੱਕੀਆਂ ਕਹਾਣੀਆਂ ਨੂੰ ਲੰਮੀਆਂ ਬਣਾਤਾ। ਉਹ ਲੰਮੀ ਇਸ ਤਰ੍ਹਾਂ ਹੋ ਗਈ ਕਿਉਂਕਿ ਉਹਨੇ ਜਿਹੜਾ ਉਹ ਘਟਨਾਵਾਂ ਨੂੰ ਛੋਟਾ ਨਹੀਂ ਰੱਖਦਾ, ਉਹਨਾਂ ਨੂੰ ਵਰਤਾਂਤ ਦੇ ਵਿੱਚ ਜਾਂਦਾ, ਉਹਨਾਂ ਨੂੰ ਵਿਸਤਾਰ ਦਿੰਦਾ ਹਰੇਕ ਚੀਜ਼ ਨੂੰ। ਇਹਦੇ ਸਿੱਟੇ ਵਜੋਂ ਪੰਜਾਬੀ ਕਹਾਣੀ ਦੇ ਅੰਤਰਗਤ ਇੱਕ ਨਵੇਕਲੀ ਕਿਸਮ ਨੇ ਜਿਹੜਾ ਜਨਮ ਲਿਆ ਕਹਾਣੀ ਦੀ ਨੇ, ਉਹਨੂੰ ਲੰਮੀ ਕਹਾਣੀ ਦਾ ਨਾਮ ਦਿੱਤਾ ਗਿਆ। ਪਹਿਲਾਂ ਇਹਨੂੰ ਨਾਮ ਨਿੱਕੀ ਕਹਾਣੀ ਪ੍ਰਚਲਿਤ ਰਿਹਾ ਕਹਾਣੀ ਦਾ, ਪਰ
ਜਿਹੜਾ ਵਰਿਆਮ ਸਿੰਘ ਸੰਧੂ ਦਾ ਵਰਤਾਂਤ ਹੈ, ਵਿਸਤਾਰ ਹੈ, ਉਹਨੇ ਇੱਕ ਨਵੇਕਲੀ ਕਿਸਮ ਨੂੰ ਜਨਮ ਦਿੱਤਾ। ਉਸ ਕਿਸਮ ਨੂੰ ਲੰਮੀ ਕਹਾਣੀ ਕਿਹਾ ਜਾਣ ਲੱਗਿਆ। ਹੋਰ ਜਿਹੜੇ ਉਹ ਤੋਂ ਬਾਅਦ ਕਹਾਣੀਕਾਰ ਹੋਏ ਆ ਵਰਿਆਮ ਸਿੰਘ ਸੰਧੂ ਨੂੰ ਦੇਖਣ ਤੋਂ ਬਾਅਦ, ਉਹਨਾਂ ਨੇ ਇਸ ਮਾਡਲ ਦਾ ਅਨੁਸਰਨ ਕੀਤਾ। ਹੌਲੀ ਹੌਲੀ ਜਿਹੜੀ ਲੰਮੀ ਕਹਾਣੀ ਨਾਮ ਦੀ ਇੱਕ ਵੱਖਰੀ ਭਾਂਤ ਦੀ ਕਹਾਣੀ ਨੇ ਜਨਮ ਲਿਆ, ਔਰ ਇੱਕ ਅਲੱਗ ਹੀ ਨੂੰ ਵਿਧਾ ਅਸੀਂ ਕਹਿ ਸਕਦੇ ਹਾਂ ਜੀ। ਨਿੱਕੀ ਕਹਾਣੀ ਦੇ ਪੈਰਲਰ ਜਿਹੜੀ ਪੰਜਾਬੀ ਦੇ ਵਿੱਚ ਸ਼ੁਰੂ ਹੋਈ ਹੈ ਉਹ ਹੈ ਲੰਮੀ ਕਹਾਣੀ। ਅਸਲ ਦੇ ਵਿੱਚ ਜਿਹੜੀ ਨਿੱਕੀ ਕਹਾਣੀ ਹੈ ਪੰਜਾਬੀ ਦੇ ਵਿੱਚ ਆਈ ਉਹ ਪੱਛਮ ਤੋਂ। ਜਦੋਂ ਸਾਡੇ ਜਿਹੜੇ ਜਿੱਦਾਂ ਅਸੀਂ ਐਮਏ ਇੰਗਲਿਸ਼ ਦੀ ਗੱਲ ਕਰਦੇ ਹੁੰਦੇ ਹਾਂ, ਜਿਹੜੇ ਪੰਜਾਬੀ ਦੇ ਸਾਹਿਤਕਾਰ ਸੀਗੇ ਉਹਨਾਂ ਨੇ ਜਿਹੜਾ ਪੱਛਮ ਦਾ ਸੀਗਾ, ਜਿੱਦਾਂ ਚੈਖਵ ਹੈ ਜਾਂ ਗੋਰਖੀ ਹੈ, ਉਹਨਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਕਹਾਣੀਆਂ ਉਹਨਾਂ ਨੂੰ ਦੇਖ ਕੇ ਨਿੱਕੀ ਕਹਾਣੀ ਦਾ ਮਾਡਲ ਜਿਹੜਾ ਉਹ ਲੈ ਕੇ ਆਏ ਪੰਜਾਬੀ ਦੇ ਵਿੱਚ। ਪਰ ਵਰਿਆਮ ਸਿੰਘ ਸੰਧੂ ਨੇ ਉਹ ਨਿੱਕੀ ਕਹਾਣੀ ਦਾ ਜਿਹੜਾ ਪੱਛਮੀ ਸਿਧਾਂਤ ਸੀਗਾ ਉਹਨੂੰ ਛੱਡ ਕੇ ਵੱਡੀ ਕਹਾਣੀ ਲਿਖਣੀ ਸ਼ੁਰੂ ਕੀਤੀ, ਔਰ ਇਹਦੇ ਨਾਲ ਜਿਹੜਾ ਕੁਲਵੰਤ ਸਿੰਘ ਵਿਰਕ ਦਾ ਸਹਿਜ ਵਰਤਾਂਤ ਹੈ ਉਹਨੂੰ ਚੁਣੌਤੀ ਦੇ ਕੇ ਜਟਿਲ ਵਰਤਾਂਤ ਨੂੰ ਉਹਨੇ ਸਥਾਪਿਤ ਕੀਤਾ। ਮਤਲਬ ਜਟਿਲ ਵਰਤਾਂਤ ਉਹਨੇ ਲਿਖਣਾ ਸ਼ੁਰੂ ਕੀਤਾ। ਉਹ ਤੋਂ ਪਹਿਲਾਂ ਜਿਹੜਾ ਕੁਲਵੰਤ ਸਿੰਘ ਵਿਰਕ ਹੈ ਉਹਨਾਂ ਨੇ ਸਹਿਜ ਵਰਤਾਂਤ ਦੀ ਜਿਹੜਾ ਲਿਖਿਆ ਸੀਗਾ ਉਹਦੇ ਨਾਲ ਵਰਤਾਂਤ ਨੂੰ ਸਹਿਜ ਰੱਖਦੇ ਕਿ ਹਰੇਕ ਨੂੰ ਸਮਝ ਆ ਸਕੇ। ਪਰ ਜਿਹੜਾ ਵਰਿਆਮ ਸਿੰਘ ਸੰਧੂ ਹੈ ਉਹ ਵਰਤਾਂਤ ਨੂੰ ਜਟਿਲ ਕਰ ਦਿੰਦਾ। ਸੰਧੂ ਦੀ ਮੁੱਖ ਕਥਾ ਨਾਲ ਬਹੁਤ ਸਾਰੀਆਂ ਗੌਣ ਕਥਾਵਾਂ ਨੂੰ ਜੋੜ ਕੇ ਪ੍ਰਭਾਵ ਦੀ ਏਕਤਾ ਬਣਾਈ ਰੱਖਦਾ। ਮਤਲਬ ਜੋ ਕਹਾਣੀ ਦੇ ਵਿੱਚ ਮੁੱਖ ਕਥਾ ਹੈ ਉਹਦੇ ਨਾਲ ਨਾਲ ਜਿਹੜੀਆਂ ਗੌਣ ਕਥਾਵਾਂ ਹੈਗੀਆਂ ਉਹਨਾਂ ਨੂੰ ਵੀ ਜੋੜਦਾ, ਔਰ ਪ੍ਰਭਾਵ ਦੀ ਜਿਹੜੀ ਏਕਤਾ ਹੈ ਉਹਨੂੰ ਉਹ ਕਾਇਮ ਰੱਖਦਾ। ਹੁਣ ਉਹਦੇ ਕਹਾਣੀ ਸੰਗ੍ਰਹਿ ਸਲਾਈਡ ਦੇ ਵਿੱਚ ਅਸੀਂ ਬਾਰ-ਬਾਰ ਲੈਂਦੇ ਹੁੰਦੇ ਹਾਂ ਜੀ। ਪਹਿਲਾਂ ਕੁਝ ਜਿਹੜੇ ਉਹਦੇ ਪ੍ਰਮੁੱਖ ਹੈਗੇ ਉਹਨਾਂ ਦੀ ਗੱਲ ਕਰ ਲਈਏ। ਲੋਹੇ ਦੇ ਹੱਥ, ਅੰਗ ਸੰਗ, ਭੱਜੀਆਂ ਬਾਹੀਂ, ਚੌਥੀ ਕੂਟ, ਇਹ ਉਹਦੇ ਕਹਾਣੀ ਸੰਗ੍ਰਹਿ ਹੈਗੇ ਆ ਜੀ। ਇਹਨਾਂ ਕਹਾਣੀ ਸੰਗ੍ਰਹਿਾਂ ਦੀ ਉਹਨੇ ਰਚਨਾ ਕੀਤੀ ਹੈ। ਉਹਦੀਆਂ ਪ੍ਰਸਿੱਧ ਕਹਾਣੀਆਂ ਦੀ ਗੱਲ ਕਰ ਲਈਏ ਜੀ। ਪ੍ਰਸਿੱਧ ਕਹਾਣੀਆਂ ਦੇ ਵਿੱਚ ਹੈ ਅੰਗ ਸੰਗ, ਹਨੇਰੀ, ਸੁਨਹਿਰੀ ਕਿਣਕਾ, ਅੰਗ ਸੰਗ, ਹਨੇਰੀ, ਸੁਨਹਿਰੀ ਕਿਣਕਾ, ਆਪਣਾ ਆਪਣਾ ਹਿੱਸਾ। ਤੁਸੀਂ ਯਾਦ ਰੱਖਣਾ ਜੀ, ਇੱਥੋਂ ਪ੍ਰਸ਼ਨ ਆਏਗਾ। ਭੱਜੀਆਂ ਬਾਹੀਂ, ਵਾਪਸੀ, ਕੁਰਾਈਆ, ਚੌਥੀ ਕੂਟ, ਮੈਂ ਹੁਣ ਠੀਕ ਠਾਕ ਹਾਂ, ਅਸਲੀ ਤੇ ਸਭ ਤੋਂ ਵੱਡੀ ਹੀਰ ਅਤੇ 9-12-10। ਇਹ ਉਹਦੀਆਂ ਪ੍ਰਸਿੱਧ ਕਹਾਣੀਆਂ ਹੈਗੀਆਂ ਜਿਨ੍ਹਾਂ ਨੇ ਉਹਨੂੰ ਪ੍ਰਸਿੱਧੀ ਦਵਾਈ ਹੈ, ਜਾਂ ਜਿਨ੍ਹਾਂ ਦਾ ਜ਼ਿਕਰ ਅਕਸਰ ਪੰਜਾਬੀ ਕਹਾਣੀ ਦੇ ਵਿੱਚ ਹੋ ਰਿਹਾ। ਸੰਧੂ ਥੋੜੇ ਟੁੱਟੇ ਕਿਸਾਨਾਂ ਦੀਆਂ ਆਰਥਿਕ ਅਤੇ ਭਾਵੁਕ ਸਮੱਸਿਆਵਾਂ ਦਾ ਵਰਣਨ ਕਰਦਾ। ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ ਜੀ, ਉਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਕਿ ਜਿਹੜੇ ਛੋਟੇ ਕਿਸਾਨ ਹੈ, ਥੋੜੇ ਟੁੱਟੇ ਕਿਸਾਨ, ਥੋੜੇ ਟੁੱਟੇ ਦਾ ਮਤਲਬ ਹੈ ਜਿਨ੍ਹਾਂ ਦੇ ਕੋਲ ਸਾਧਨ ਘੱਟ ਹੈ ਔਰ ਆਰਥਿਕ ਪੱਖੋਂ ਕਮਜ਼ੋਰ ਹੈਗੇ ਆ, ਉਹਨਾਂ ਨੂੰ ਟੁੱਟੇ ਟੁੱਟੇ ਕਿਸਾਨ ਉਹਨੇ ਕਿਹਾ। ਉਹਨਾਂ ਦੀਆਂ ਆਰਥਿਕ ਔਰ ਜਿਹੜੀਆਂ ਭਾਵਕ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਵਰਣਨ ਕਰਦਾ। ਔਰ ਵਰਿਆਮ ਸੰਧੂ ਇਹ ਮੰਨਦਾ ਕਿ ਜਿਹੜੀਆਂ ਭਾਵਨਾਤਮਕ ਸਮੱਸਿਆਵਾਂ ਹੈਗੀਆਂ ਉਹਨਾਂ ਦੀ ਜਿਹੜੀ ਜੜ ਹੈ ਉਹ ਕਿਤੇ ਨਾ ਕਿਤੇ ਆਰਥਿਕ ਸਮੱਸਿਆਵਾਂ ਹੀ ਹੈ। ਔਰ ਜਿਹੜੀ ਆਰਥਿਕਤਾ ਹੈ, ਆਰਥਿਕ ਸਮੱਸਿਆ, ਉਹਦਾ ਕਾਰਨ ਰਾਜਨੀਤਿਕ ਸਮੱਸਿਆ ਹੈ, ਔਰ ਰਾਜਨੀਤਿਕ ਸਮੱਸਿਆ ਨੂੰ ਉਹ ਮੇਨ ਲੈ ਕੇ ਚੱਲਦਾ ਹੈ। ਔਰ ਮਾਰਕਸਵਾਦੀ ਜਿਹੜੇ ਵਿਚਾਰ ਹੈ ਉਹਨਾਂ ਦਾ ਉਹ ਧਾਰਨੀ ਹੈਗਾ। ਉਹ ਦਰਸਾਉਂਦਾ ਜੀ ਕਿ ਆਰਥਿਕ ਲੋੜਾਂ ਸਮਾਜਿਕ ਪਰਿਵਾਰਕ ਰਿਸ਼ਤਿਆਂ ਨੂੰ ਦੂਸ਼ਿਤ ਕਰ ਦਿੰਦੀਆਂ। ਉਹੀ ਗੱਲ ਜਿਹੜੀ ਤੁਹਾਨੂੰ ਮੈਂ ਸਮਝਾ ਕੇ ਹਟਿਆ, ਜਿਹੜੀਆਂ ਆਰਥਿਕ ਲੋੜਾਂ ਹੈਗੀਆਂ ਉਹ ਜੇ ਆਰਥਿਕ ਸਾਧਨਾਂ ਦੀ ਕਮੀ ਹੋਵੇ ਉਹਦੇ ਨਾਲ ਜਿਹੜੇ ਸਮਾਜਿਕ ਰਿਸ਼ਤੇ ਹੈਗੇ ਔਰ ਪਰਿਵਾਰਕ ਰਿਸ਼ਤੇ ਹੈ ਉਹ ਦੂਸ਼ਿਤ ਹੋ ਜਾਂਦੇ, ਉਹਨਾਂ ਦੇ ਉੱਪਰ ਉਸ ਚੀਜ਼ ਦਾ ਪ੍ਰਭਾਵ ਆਉਂਦਾ ਹੈ। ਇਹ ਬਿਲਕੁਲ ਸੱਚਾਈ ਹੈ ਜੀ, ਜੀਵਨ ਦਾ ਯਥਾਰਥ ਹੈ। ਜਿਹੜੀਆਂ ਆਰਥਿਕਤਾ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਕਪੂਰ ਦੀ ਇਹਦੇ ਬਾਰੇ 'ਚ ਇੱਕ ਮੈਂ ਤੁਹਾਨੂੰ ਗੱਲ ਕਹੂੰਗਾ, ਵੈਸੇ ਲਾਈਫ ਦੇ ਵਿੱਚ ਯਾਦ ਰੱਖਣ ਦੇ ਲਈ। ਕਪੂਰ ਇੱਕ ਜਗ੍ਹਾ ਕਹਿੰਦਾ ਹੈ ਕਿ ਤੁਹਾਡੇ ਜਿਹੜੇ ਸ਼ੌਂਕ ਹੈ ਉਹਨਾਂ ਨੂੰ ਪੂਰੇ ਕਰਨ ਤੋਂ ਪਹਿਲਾਂ ਆਪਣੇ ਰੁਜ਼ਗਾਰ ਦਾ ਸੋਚੋ। ਜਦੋਂ ਤੁਸੀਂ ਰੁਜ਼ਗਾਰ ਪੱਖੋਂ ਸੁਰੱਖਿਅਤ ਹੋ ਗਏ ਉਹ ਤੋਂ ਬਾਅਦ ਫਿਰ ਤੁਸੀਂ ਆਪਣੇ ਸ਼ੌਂਕ ਵੱਲ ਸੋਚੋ। ਇਹ ਕਪੂਰ ਦੀ ਗੱਲ ਹੈ ਜੀ। ਬਾਕੀ ਜ਼ਿੰਦਗੀ ਦੀ ਇਹ ਸੱਚਾਈ ਹੈ ਕਿ ਭਾਵਨਾਤਮਕ ਜਿੰਨੀਆਂ ਚੀਜ਼ਾਂ ਹੈਗੀਆਂ, ਸਮਾਜਿਕ ਜਿੰਨੀਆਂ ਹੈਗੀਆਂ, ਉਹ ਆਰਥਿਕਤਾ ਦੇ ਨਾਲ ਬਿਲਕੁਲ ਜੁੜੀਆਂ ਹੋਈਆਂ। ਜਦ ਤੱਕ ਤੁਸੀਂ ਆਰਥਿਕ ਤੌਰ ਤੇ ਸੁਦ੍ਰਿੜ ਨਹੀਂ ਹੈਗੇ, ਤੁਹਾਡੀਆਂ ਜਿਹੜੀਆਂ ਸਮਾਜਿਕ ਔਰ ਭਾਵਨਾਤਮਕ ਚੀਜ਼ਾਂ ਉਹ ਸਾਰੀਆਂ ਇਫੈਕਟ ਹੋਣਗੀਆਂ, ਉਹਨਾਂ ਦੇ ਉੱਪਰ ਉਸ ਚੀਜ਼ ਦਾ ਪ੍ਰਭਾਵ ਰਹੇਗਾ। ਗੱਲ ਦੁਬਾਰਾ ਆ ਜੀ ਵਰਿਆਮ ਸਿੰਘ ਸੰਧੂ ਬਾਰੇ, ਫਿਲਾਸਫੀ ਦੇ ਵੱਲ ਚਲੇ ਗਏ ਅਸੀਂ, ਸੌਰੀ। ਉਹ ਡੂੰਘੀ ਨੀਝ ਵਾਲਾ ਜਿਹੜਾ ਕਥਾਕਾਰ ਹੈ ਜੀ, ਤੇ ਮੌਜੂਦਾ ਜਿਹੜੀ ਵਿਵਸਥਾ ਹੈਗੀ ਉਹਦੀ ਕਠੋਰਤਾ ਤੋਂ ਪੈਦਾ ਹੋਣ ਵਾਲੇ ਜਿਹੜੇ ਕਲੇਸ਼ ਹੈ ਉਹਨਾਂ ਨੂੰ ਹਮਦਰਦੀ ਦੇ ਨਾਲ ਉਹ ਕਰਦਾ। ਮਤਲਬ ਜਿਹੜੇ ਕਲੇਸ਼ ਪੈਦਾ ਹੋ ਰਹੇ ਉਹਦਾ ਕਾਰਨ ਵਿਵਸਥਾ ਨੂੰ ਲੈਂਦਾ, ਜਦੋਂ ਚਿੱਤਰਣ ਕਰਦਾ, ਕਹਾਣੀ ਲਿਖਦਾ, ਆਪਣੀ ਹਮਦਰਦੀ ਪ੍ਰਗਟ ਕਰਦਾ ਉਹਨਾਂ ਪਾਤਰਾਂ ਦੇ ਨਾਲ। ਉਹਦੀਆਂ ਕਹਾਣੀਆਂ ਵਿੱਚ ਬੌਧਿਕ ਵਿਅੰਗ ਦਾ ਪ੍ਰਯੋਗ ਕੀਤਾ ਹੁੰਦਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਕਿ ਬੌਧਿਕ ਵਿਅੰਗ ਦਾ ਪ੍ਰਯੋਗ ਕਰਨ ਵਾਲਾ ਕਹਾਣੀਕਾਰ ਕੌਣ ਹੈ? ਵਰਿਆਮ ਸਿੰਘ ਸੰਧੂ ਹੈ। ਤੇ ਹਰ ਇੱਕ ਕਹਾਣੀ ਇੱਕ ਸੂਖਮ ਪ੍ਰਕਾਰ ਦੇ ਹਾਸ ਰਸ ਦੀ
ਕਿਸ਼ਤੀ ਕਰਦੀ ਆ ਉਹ ਪਿੰਡਾਂ ਦੇ ਪ੍ਰਤੀਨਿਧ ਲੋਕਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਰੂਪਾਂਤਰਿਤ ਕਰਕੇ ਪੇਸ਼ ਕਰਦਾ। ਮਤਲਬ ਉਹਦੀ ਕਹਾਣੀ ਦੇ ਵਿੱਚ ਸੂਖਮ ਹਾਸ ਰਸ ਵੀ ਨਜ਼ਰ ਆਉਂਦਾ। ਹੁਣ ਗੱਲ ਕਹਾਣੀ ਸੰਗ੍ਰਹਿਾਂ ਦੀ ਕਰ ਲਈਏ ਜੀ, ਜ਼ਿਆਦਾ ਧਿਆਨ ਦੇਣਾ ਤੁਸੀਂ ਇੱਥੇ। ਸਭ ਤੋਂ ਪਹਿਲਾਂ ਉਹਦਾ ਕਹਾਣੀ ਸੰਗ੍ਰਹਿ ਹੈਗਾ ਜੀ ਲੋਹੇ ਦੇ ਹੱਥ, 1971 ਦੇ ਵਿੱਚ ਛਪਿਆ। ਅੰਗ ਸੰਗ 1979, ਭੱਜੀਆਂ ਬਾਹੀਂ 1987, ਚੌਥੀ ਕੂਟ 1998, ਤਿਲ ਫੁੱਲ 2000, ਕਰਵਟ ਇਹ ਉਹਨੇ ਸੰਪਾਦਨਾ ਕੀਤੀ ਹੈ ਜੀ ਕਹਾਣੀ ਸੰਗ੍ਰਹਿ ਦੀ। ਕਥਾ ਧਾਰਾ ਇਹ ਵੀ ਉਹਦੀ ਸੰਪਾਦਿਤ ਪੁਸਤਕ ਹੈ, ਤੇ ਚੋਣਵੀਆਂ ਕਹਾਣੀਆਂ ਇਹ ਵੀ ਉਹਦੀ ਪੁਸਤਕ ਹੈ। ਵਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈਗਾ ਜੀ ਲੋਹੇ ਦੇ ਹੱਥ, ਜਿਹਦਾ ਅਸੀਂ ਗੱਲ ਕੀਤੀ ਹੈ। ਇੱਕ ਵਾਰੀ ਦੁਬਾਰਾ ਦੇਖ ਲੈਂਦੇ ਹਾਂ ਕਹਾਣੀ ਸੰਗ੍ਰਹਿ ਨੂੰ। ਲੋਹੇ ਦੇ ਹੱਥ 1971, ਅੰਗ ਸੰਗ 1979, ਭੱਜੀਆਂ ਬਾਹੀਂ 1987, ਚੌਥੀ ਕੂਟ 1998, ਤਿਲ ਫੁੱਲ 2000, ਕਰਵਟ, ਕਥਾ ਧਾਰਾ ਤੇ ਚੋਣਵੀਆਂ ਕਹਾਣੀਆਂ। ਇਸ ਵਿਚਲੀਆਂ ਕਹਾਣੀਆਂ ਦਾ ਜਿਹੜਾ ਲੋਹੇ ਦੇ ਜਿਹੜਾ ਉਹਦਾ ਹੱਥ ਹੈਗਾ, ਉਹਦਾ ਸੰਬੰਧ ਜਿਹੜਾ ਹੈਗਾ ਉਹ ਪੰਜਾਬ ਦੀ ਨਕਸਲਵਾੜੀ ਲਹਿਰ ਦੇ ਨਾਲ ਹੈ। ਤਾਂ ਪ੍ਰਸ਼ਨ ਇਹ ਹੋ ਸਕਦਾ ਜੀ ਕਿ ਕਿਹੜਾ ਕਹਾਣੀ ਸੰਗ੍ਰਹਿ ਪੰਜਾਬ ਦੀ ਨਕਸਲਵਾੜੀ ਲਹਿਰ ਦੀ ਗੱਲ ਕਰਦਾ? ਉਹ ਹੈ ਲੋਹੇ ਦੇ ਹੱਥ, ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਦਾ ਲੇਖਕ ਹੈ ਜੀ ਵਰਿਆਮ ਸੰਧੂ। ਫਿਰ ਉਹ ਨਕਸਲਵਾੜੀ ਜਿਹੜਾ ਅੰਦੋਲਨ ਹੈ ਜਾਂ ਲਹਿਰ ਹੈ ਉਹਨੇ ਜ਼ਿਕਰ ਕੀਤਾ ਹੈ। ਉਹ ਤੋਂ ਬਾਅਦ ਪੰਜਾਬ ਦੇ ਗਰੀਬ ਲੋਕਾਂ ਪ੍ਰਤੀ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਦਾ ਅਨੁਭਵ ਇਹਨਾਂ ਕਹਾਣੀਆਂ ਵਿੱਚ ਪ੍ਰਗਟਾਇਆ ਗਿਆ। ਲੋਹੇ ਦੇ ਹੱਥ ਦਾ ਜਿਹੜਾ ਵਿਸ਼ਾ ਕੀ ਹੈ ਜੀ, ਗਰੀਬ ਲੋਕਾਂ ਪ੍ਰਤੀ ਉਹਦੀ ਹਮਦਰਦੀ ਹੈ, ਤੇ ਉਹਦੇ ਨਾਲ ਨਾਲ ਜਿਹੜਾ ਉਹਦੇ ਅੰਦਰ ਰੋਹ ਉਤਪੰਨ ਹੋ ਰਿਹਾ ਉਸ ਰੋਹ ਨੂੰ ਪ੍ਰਗਟ ਕਰਦਾ ਆਪਣੀਆਂ ਕਹਾਣੀਆਂ ਦੇ ਵਿੱਚ, ਜਿਹੜਾ ਉਹਦਾ ਕਹਾਣੀ ਸੰਗ੍ਰਹਿ ਹੈ ਲੋਹੇ ਦੇ ਹੱਥ। ਦੂਜਾ ਜਿਹੜਾ ਉਹਦਾ ਕਹਾਣੀ ਸੰਗ੍ਰਹਿ ਹੈਗਾ ਜੀ ਅੰਗ ਸੰਗ, ਉਹਦੇ ਵਿੱਚ ਜਿਹੜੀ ਕਹਾਣੀਆਂ ਸਮਾਜਿਕ ਚੇਤਨਾ ਨੂੰ ਵਿਸ਼ਾ ਵਸਤੂ ਬਣਾਉਂਦੀਆਂ। ਠੀਕ ਹੈ ਜੀ, ਯਾਦ ਰੱਖਣਾ ਕਿ ਲੋਹੇ ਦੇ ਹੱਥ ਜਿਹੜੇ ਆ ਨਕਸਲਵਾੜੀ ਲਹਿਰ ਨਾਲ ਸੰਬੰਧਿਤ ਹੈ, ਔਰ ਉਹ ਗਰੀਬ ਲੋਕਾਂ ਪ੍ਰਤੀ ਹਮਦਰਦੀ ਹੈ, ਔਰ ਜਿਹੜਾ ਉਹਦੇ ਅੰਦਰ ਰੋਹ ਪ੍ਰਗਟ ਹੋ ਰਿਹਾ ਉਹ ਦੱਸਿਆ। ਅੰਗ ਸੰਗ ਦੇ ਵਿੱਚ ਉਹਨੇ ਸਮਾਜਿਕ ਚੇਤਨਾ ਨੂੰ ਵਿਸ਼ਾ ਵਸਤੂ ਬਣਾਇਆ। ਔਰ ਜਿਹੜੇ ਅਗਲੇ ਦੋ ਕਹਾਣੀ ਸੰਗ੍ਰਹਿ ਹੈਗੇ ਭੱਜੀਆਂ ਬਾਹੀਂ ਔਰ ਚੌਥੀ ਕੂਟ, ਉਹਦੇ ਵਿੱਚ ਪੰਜਾਬ ਵਿੱਚ ਜਿਹੜੀ ਖਾੜਕੂਵਾਦ ਔਰ ਆਤੰਕਵਾਦੀ ਲਹਿਰ ਦੇ ਸਰੋਕਾਰਾਂ ਨਾਲ ਉਹਦੇ ਸੰਬੰਧਿਤ ਹੈਗੇ। ਮਤਲਬ ਪੰਜਾਬ ਦਾ ਜਿਹੜਾ ਦੁਖਾਂਤ ਹੈ ਜਾਂ ਜੋ ਆਤੰਕਵਾਦੀ ਜਾਂ ਖਾੜਕੂ ਲਹਿਰ ਅਸੀਂ ਕਹਿ ਸਕਦੇ ਹਾਂ ਜੀ, ਉਸ ਖਾੜਕੂ ਲਹਿਰ ਦੇ ਬਾਰੇ 'ਚ ਉਹਦੀਆਂ ਦੋ ਪੁਸਤਕਾਂ ਜਿਹੜੀਆਂ ਕਹਾਣੀ ਸੰਗ੍ਰਹਿ ਹੈਗੇ ਭੱਜੀਆਂ ਬਾਹੀਂ ਅਤੇ ਚੌਥੀ ਕੂਟ। ਇਹ ਤੋਂ ਇਲਾਵਾ ਵੀ ਉਹਦੀਆਂ ਰਚਨਾਵਾਂ ਹੈਗੀਆਂ ਜੀ ਸਾਹਿਤਕ ਸਵੈ ਜੀਵਨੀ ਹੈ, ਕੁਸ਼ਤੀ ਦਾ ਤਾਰਾ ਕਰਤਾਰ ਸਿੰਘ ਜੀਵਨੀ ਹੈ ਜੀ, ਕੁਸ਼ਤੀ ਦਾ ਧਰੂ ਤਾਰਾ ਕਰਤਾਰ ਸਿੰਘ, ਗੁਫਾ ਵਿਚਲੀ ਉਡਾਨ, ਗਦਰ ਲਹਿਰ ਦੀ ਗਾਥਾ, ਦੇਸੀ ਪੰਜਾਬ ਵਗਦੀ ਏ ਰਾਵੀ, ਇਹ ਉਹਦੇ ਸਫ਼ਰਨਾਮੇ ਹੈਗੇ। ਸਫ਼ਰਨਾਮਾ ਜਿਹੜਾ ਸਾਹਿਤ ਹੈ ਉਹਦੇ ਵਿੱਚ ਜਦੋਂ ਗੱਲ ਹੋਏਗੀ ਉਦੋਂ ਫਿਰ ਇਹ ਚੀਜ਼ਾਂ ਆਉਣਗੀਆਂ। ਬੰਦ ਸਿੰਘ ਵਿਰਕ ਦਾ ਕਹਾਣੀ ਸੰਸਾਰ ਉਹਦੀ ਆਲੋਚਨਾ ਹੈ ਜੀ। ਨਾਵਲਕਾਰ ਸੋਹਣ ਸਿੰਘ ਸ਼ੀਤਲ ਸਮਾਜ ਸ਼ਾਸਤਰੀ, ਇਹ ਵੀ ਆਲੋਚਨਾ ਹੈ। ਪੜ੍ਹਿਆ ਵਾਚਾ ਆਲੋਚਨਾ ਹੈ ਜੀ। ਜਿੱਦਾਂ ਅਸੀਂ ਗਦਰ ਲਹਿਰ ਦੀ ਗੱਲ ਕਰਦੇ ਹਾਂ ਕਿ ਇਤਿਹਾਸ ਨਾਲ ਸੰਬੰਧਿਤ ਉਹਨੇ ਲਿਖੀਆਂ ਜੀ। ਗਦਰੀ ਜਰਨੈਲ ਕਰਤਾਰ ਸਿੰਘ, ਗਦਰ ਲਹਿਰ ਦੀ ਗਾਥਾ, ਸ਼ਹੀਦ ਭਾਈ ਮੇਵਾ ਸਿੰਘ ਲਪੋਕੇ, ਗਦਰੀ ਬਾਬੇ ਕੌਣ ਸਨ। ਗੱਲ ਕਰ ਲਈਏ ਜੀ ਇਨਾਮਾਂ ਦੀ, ਤੇ ਇਨਾਮਾਂ ਦੇ ਵਿੱਚ 1979 ਦੇ ਵਿੱਚ ਹੀਰਾ ਸਿੰਘ ਡਰ ਦੇ ਨਾਮ ਮਿਲਿਆ। 1980 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਭਾਈ ਵੀਰ ਸਿੰਘ ਇਨਾਮ। 1981 ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਦਾ ਇਨਾਮ। 1988 ਦੇ ਵਿੱਚ ਕੁਲਵੰਤ ਸਿੰਘ ਵਿਰਕ ਇਨਾਮ। 1990 ਦੇ ਵਿੱਚ ਸੁਜਾਨ ਸਿੰਘ ਇਨਾਮ। 1999 ਦੇ ਵਿੱਚ ਸਾਹਿਤ ਟਰੱਸਟ ਡੀਕੇ ਪੁਰਸਕਾਰ। 2000 ਦੇ ਵਿੱਚ ਪਾਸ਼ ਯਾਦਗਾਰੀ ਪੁਰਸਕਾਰ ਮਿਲਿਆ। 2000 ਦੇ ਵਿੱਚ ਹੀ ਕਰਤਾਰ ਸਿੰਘ ਧਾਰੀਵਾਲ ਨੂੰ ਪੁਰਸਕਾਰ ਮਿਲਿਆ। 2002 ਦੇ ਵਿੱਚ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਚੌਥੀ ਕੂਟ ਕਹਾਣੀ ਸੰਗ੍ਰਹਿ ਦੇ ਲਈ। 2003 ਦੇ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਇਹ ਭਾਸ਼ਾ ਵਿਭਾਗ ਦੇ ਵੱਲੋਂ ਉਹਨੂੰ ਪੁਰਸਕਾਰ ਮਿਲਿਆ ਜੀ। 2018 ਦੇ ਵਿੱਚ ਪੰਜਾਬ ਦਾ ਗੌਰਵ ਪੁਰਸਕਾਰ ਪੰਜਾਬ ਆਰਟ ਕੌਂਸਲ ਵੱਲੋਂ ਉਹਨੂੰ ਦਿੱਤਾ ਗਿਆ। ਇਹ ਸੀਗੇ ਜੀ ਉਹਨਾਂ ਦੇ ਪੁਰਸਕਾਰਾਂ ਦੀ ਗੱਲ। ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ, ਔਰ ਤੁਹਾਡੇ ਲਈ ਜਾਣਕਾਰੀ ਦੇਣ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਸਾਡੀ ਕੋਸ਼ਿਸ਼ ਸਫਲ ਰਹੇਗੀ। ਔਰ ਸਾਡਾ ਚੈਨਲ ਹੈ ਜੀ ਮਾਸਟਰ 07 ਐਗਜ਼ਾਮ ਵਾਰੀਅਰ, ਨਹੀਂ ਤੁਸੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਓ। ਇਸ ਤੋਂ ਇਲਾਵਾ ਸਾਡਾ WhatsApp ਨੰਬਰ ਹੈ 8264436201, ਇਹਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। PDF ਸਾਡੇ ਕੋਲੋਂ ਲੈ ਸਕਦੇ ਹੋ। ਆਪਣਾ ਸੁਝਾਅ ਜਿਹੜਾ ਕੋਈ ਹੈ ਉਹ ਵੀ ਤੁਸੀਂ ਦੇ ਸਕਦੇ ਹੋ ਕਮੈਂਟ ਦੇ ਵਿੱਚ ਜਾਂ WhatsApp ਦੇ ਉੱਪਰ। ਸਾਡੀ ਲਾਈਵ ਕਲਾਸ ਹੁੰਦੀ ਹੈ ਜੀ 2 ਵਜੇ ਲੈਕਚਰ ਸੀਰੀਜ਼ ਦੀ, ਉਹਨੂੰ ਜ਼ਰੂਰ ਤੁਸੀਂ ਕੁਐਸਚਨ ਸੀਰੀਜ਼ ਦੀ 2 ਵਜੇ ਲਾਈਵ ਕਲਾਸ ਹੁੰਦੀ ਹੈ, ਉਹਨੂੰ ਜ਼ਰੂਰ ਤੁਸੀਂ ਦੇਖਿਆ ਕਰੋ, ਬਿਲਕੁਲ ਮਿਸ ਨਾ ਕਰੋ। ਲਗਾਤਾਰ ਵੀਡੀਓਜ਼ ਅਸੀਂ ਅਪਲੋਡ ਕਰਾਂਗੇ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਆਪਣੇ ਦੋਸਤਾਂ ਸਾਥੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਨਾ। ਬਹੁਤ ਜਲਦ ਅਸੀਂ ਜਿਹੜਾ SST ਦਾ ਵੀ ਇਹਦੇ ਉੱਪਰ ਸ਼ੁਰੂ ਕਰਨ ਜਾ ਰਹੇ ਹਾਂ ਜੀ। ਥੋੜੀ ਟਾਈਮ ਦੀ ਦਿੱਕਤ ਹੈ, ਉਹਦੇ ਕਰਕੇ ਸਿਰਫ ਹਾਲੇ ਪੰਜਾਬੀ ਦਾ ਹੀ ਕਰ ਰਹੇ ਹਾਂ, ਪਰ ਲਗਭਗ ਪੰਜਾਬੀ ਦਾ ਸਿਲੇਬਸ ਸਾਡਾ ਕੰਪਲੀਟ ਹੋਣ ਵੱਲੋਂ ਹੈ। ਉਸ ਤੋਂ ਬਾਅਦ ਅਸੀਂ SST ਦੀ ਜਿਹੜੀ ਸੀਰੀਜ਼ ਹੈ ਉਹਨੂੰ ਵੀ ਸ਼ੁਰੂ ਕਰਾਂਗੇ।
ਧੰਨਵਾਦ ਜੀ ਸਾਰਿਆਂ ਦਾ, ਇਸੇ ਤਰ੍ਹਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।